का खालसा वाहिगुरू जी की फतेह। ਅੱਜ ਆਪਾਂ ਪੌੜੀ ਨੰਬਰ 14 ਦੀ ਵਿਚਾਰ ਕਰਨੀ ਹੈ। ਇਹ 80s ਦੇ ਵਿੱਚ 1980s ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਸੀ ਉਹਦੀ ਜਿਹੜੀ ਪੰਜਾਬੀ ਦੀ ਪਾਠ ਪੁਸਤਕ ਸੀ ਉਹਦੇ ਵਿੱਚ ਕੁਝ ਆਸਾ ਦੀ ਵਾਰ ਦੇ ਸ਼ਲੋਕ ਔਰ ਪੌੜੀਆਂ ਵਿਸ਼ੇ ਵਿੱਚ ਹੁੰਦੇ ਸੀਗੇ ਤੇ ਇਹ ਪੜ੍ਹਾਏ ਜਾਂਦੇ ਸੀ ਉੱਥੇ। ਉਹਨਾਂ ਵਿੱਚੋਂ ਆਹ ਸ਼ਲੋਕ ਹੈ ਜੀ ਅੱਜ ਦਾ ਸ਼ਲੋਕ ਔਰ ਪੂਰੀ ਪੌੜੀ। ਔਰ ਇੱਕ ਹੋਰ ਸ਼ਲੋਕ ਅੱਗੇ ਆਏਗਾ ਦਇਆ ਕਪਾ ਸੰਤੋਖ ਸੂਤ, ਇਹ ਵੀ ਪੜ੍ਹਾਇਆ ਜਾਂਦਾ ਸੀ ਵਿੱਚ ਪਾਠ ਪੁਸਤਕ ਦੇ ਵਿੱਚ। ਔਰ ਇੰਨੇ ਸੂਝਵਾਨ ਟੀਚਰ ਸੀ ਉਸ ਵੇਲੇ ਸਕੂਲਾਂ ਦੇ ਵਿੱਚ ਵੀ ਬੜੇ ਸੋਹਣੇ ਤਰੀਕੇ ਨਾਲ ਉਹ ਇਸ ਚੀਜ਼ ਨੂੰ ਐਕਸਪਲੇਨ ਕਰਦੇ ਸੀ। ਸਾਡੇ ਵੀ ਕੰਟੈਕਟ ਵਿੱਚ ਇੱਕ ਟੀਚਰ ਸੀ ਉਸ ਵੇਲੇ, ਅਸੀਂ ਜਦੋਂ ਇੰਨੀ ਕੁ ਉਮਰ ਦੇ ਸੀ, ਉਹ ਹਮੇਸ਼ਾ ਸਿਰ ਢੱਕ ਕੇ ਪੜ੍ਹਾਉਂਦੇ ਹੁੰਦੇ ਸੀ। ਜਦੋਂ ਉਹਨਾਂ ਨੇ ਗੁਰਬਾਣੀ ਪੜ੍ਹਨੀ ਉਦੋਂ ਉਸ ਵੇਲੇ ਸਿਰ ਢੱਕਦੇ ਸੀ। ਔਰ ਇਸ ਤਰ੍ਹਾਂ ਦੀ ਵਿਆਖਿਆ ਵਿਦਵਤਾ ਉਹਨਾਂ ਦੇ ਕੋਲ ਸੀ, ਓਨੈਸਟੀ ਸੀ, ਬੜੇ ਸੋਹਣੇ ਤਰੀਕੇ ਦੇ ਨਾਲ ਐਕਸਪਲੇਨ ਕਰਦੇ ਸੀ। ਆਪਾਂ ਅੱਜ ਇੱਥੋਂ ਸ਼ੁਰੂ ਕਰਦੇ ਹਾਂ। ਇਹ ਬਹੁਤ ਜਿਹੜੇ ਹੈ ਵਾਰ ਦੇ ਮਸ਼ਹੂਰ ਸ਼ਲੋਕ ਨੇ। ਇਹਨਾਂ ਦੀਆਂ ਐਗਜ਼ਾਮਪਲਸ ਵੀ ਲੋਕ ਦਿੰਦੇ ਆ ਇੱਕ ਦੂਜੇ ਨੂੰ। ਦੇਖੋ, ਸਾਡੇ ਅੰਦਰ ਨਾ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ। ਇੱਕ ਨਾਮ ਬਿਰਤੀ, ਇੱਕ ਪਾਪ ਬਿਰਤੀ ਹੈ। ਬਸ ਇਹਦੇ 'ਚ ਹੀ ਆਪਾਂ ਦੋ ਅਧਿਆਤਮ ਦੇ ਮਾਰਗ ਤੇ ਆਪਾਂ ਆਪਣੇ ਵਤੀਰੇ ਨੂੰ ਇੱਥੇ ਹੀ ਵੰਡ ਸਕਦੇ ਹਾਂ। ਜਿਹੜੀ ਬਿਰਤੀ ਹਾਵੀ ਹੋ ਗਈ ਉਹਨੇ ਦੂਜੀ ਨੂੰ ਦੱਬ ਲੈਣਾ। ਤਾਈਓ ਕਿਹਾ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਏ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਚਾਰ ਤੁਕਾਂ ਇਹ ਨੇ, ਚਾਰ ਤੁਕਾਂ ਅੱਗੇ ਨੇ। ਹੁਣ ਸਿੰਬਲ ਦਾ ਜਿਹੜਾ ਰੁੱਖ ਹੁੰਦਾ ਉਹ ਬੜਾ ਸਿੱਧਾ, ਲੰਮਾ, ਮੋਟਾ ਹੁੰਦਾ। ਪਰ ਜਦੋਂ ਕੋਈ ਪੰਛੀ ਫਲ ਖਾਣ ਵਾਸਤੇ, ਫਲ ਖਾਣ ਦੀ ਇੱਛਾ ਨਾਲ ਉੱਥੇ ਆ ਕੇ ਬੈਠਦੇ ਆ ਤੇ ਉਹ ਨਿਰਾਸ਼ ਹੋ ਕੇ ਉੱਡ ਜਾਂਦੇ ਆ। ਕਿਉਂ? ਭਾਵੇਂ ਉਹ ਰੁੱਖ ਕਿੰਨਾ ਵੀ ਵੱਡਾ ਹੈ, ਇਹਦੇ ਫਲ ਫਿੱਕੇ, ਫੁੱਲ ਵੀ ਬੇਸਵਾਦੇ ਤੇ ਪੱਤੇ ਵੀ ਕਿਸੇ ਕੰਮ ਨਹੀਂ ਹੁੰਦੇ, ਬਹੁਤ ਬਰੀਕ ਪੱਤੇ ਹੁੰਦੇ ਆ। ਗੁਰੂ ਬਾਬਾ ਨਾਨਕ ਇੱਥੇ ਸਮਝਾਉਂਦੇ ਨੇ ਕਿ ਨੀਵੇਂ ਰਹਿਣ ਵਿੱਚ ਹੀ ਮਿਠਾਸ ਹੈ। ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਗਰੀਬੀ ਭਾਵ ਦੇ ਵਿੱਚ, ਗਰੀਬੀ 'ਚ ਰਹਿਣਾ, ਨਿਮਰਤਾ ਦੀ ਗੱਲ ਆਪਾਂ ਕਈ ਵਾਰੀ ਕਰਕੇ ਆਏ ਹਾਂ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਆਕੜਿਆ ਬੰਦਾ ਜਿਹੜਾ ਉਹ ਅਧਿਆਤਮ ਦੇ ਮਾਰਗ ਤੇ ਚੱਲ ਹੀ ਨਹੀਂ ਸਕਦਾ। ਕੀ ਕਹਿੰਦੇ ਬਾਬਾ ਨਾਨਕ ਕਿ ਨੀਵੇਂ ਰਹਿਣ 'ਚ ਮਿਠਾਸ ਹੈ, ਇਹੀ ਚੰਗੇ ਗੁਣਾਂ ਦਾ ਸਾਰ ਅੰਸ਼ ਹੈ। ਗੁਣ ਚੰਗਿਆਈਆਂ ਤਤ, ਮਤਲਬ ਇੱਕ ਜੇ ਨੀਵੇਂ ਰਹਿਣ ਦਾ ਗੁਣ ਹੈ ਤੇ ਸਮਝ ਲਓ ਵੀ ਸਾਰੇ ਹੀ ਗੁਣ ਉਹਦੇ ਬੰਦੇ 'ਚ ਹੋਣਗੇ। ਜੇ ਨੀਵੇਂ ਰਹਿਣ ਦਾ ਗੁਣ ਚੰਗੀ ਤਰ੍ਹਾਂ ਉਹਦੇ ਅੰਦਰ ਭਰਿਆ,
ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਹ ਜਿੰਨੀਆਂ ਵੀ ਚੰਗਿਆਈਆਂ ਹੋਣਗੀਆਂ ਉਹਦਾ ਤਤ ਸਾਰ ਹੈ। ਜੇ ਬਾਕੀ ਸਾਰੀਆਂ ਚੰਗਿਆਈਆਂ ਹੋਣਗੀਆਂ ਬੰਦਾ ਤਾਈਓ ਨੀਵਾਂ ਹੋਊਗਾ। ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ। ਧਰ ਤਾਰ ਆਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ। ਸੀਸ ਨਿਵਾਇਐ ਕਿਆ ਥੀਐ ਜਾਂ ਹ੍ਰਿਦੈ ਕੁਸੁਧੇ ਜਾਹੇ। ਸੀਸ ਨਿਵਾਇਐ ਕਿਆ ਥੀਐ ਜਾਂ ਹ੍ਰਿਦੈ ਕੁਸੁਧੇ ਜਾਹੇ। ਦੁਨੀਆ ਵਿੱਚ ਹਰ ਜੀਵ ਆਪਣੇ ਸਵਾਰਥ ਦੀ ਖਾਤਰ ਲਿਫਦਾ, ਨੀਵਾਂ ਹੁੰਦਾ, ਪਰ ਕਿਸੇ ਦੂਜੇ ਦੀ ਖਾਤਰ ਨਹੀਂ। ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ। ਧਰ ਤਰਾਜੂ ਤੋਲੀਏ ਨਿਵੇਂ ਸੁਗਾਰਾ ਹੋਏ। ਪਰ ਜੇ ਤਕੜੀ ਚ ਧਰ ਕੇ ਤੋਲਿਆ ਜਾਵੇ, ਭਾਵ ਚੰਗੀ ਤਰ੍ਹਾਂ ਪਰਖ ਕੀਤੀ ਜਾਵੇ, ਤਾਂ ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ। ਨੀਵਾਂ ਪਾਸਾ ਹੀ ਭਾਰਾ ਹੁੰਦਾ, ਨੀਵਾਂ ਪਾਸਾ ਹੀ ਤਕੜਾ ਹੁੰਦਾ ਹੈ। ਅੱਛਾ, ਹੁਣ ਜੇ ਲਿਖਣਾ ਚੰਗਾ ਹੈ, ਭਾਵ ਜੋ ਲਿਖਦਾ ਹੈ, ਜੋ ਨੀਵਾਂ ਹੁੰਦਾ ਹੈ, ਉਹੀ ਵੱਡਾ ਗਿਣਿਆ ਜਾਂਦਾ। ਕਨਕਲੂਜਨ ਫਿਰ ਇੱਥੋਂ ਕੀ ਨਿਕਲਦਾ? ਨੀਵੇਂ ਹੋਣ ਤੋਂ ਭਾਵ ਸਰੀਰ ਕਰਕੇ ਨਹੀਂ, ਮਨ ਕਰਕੇ ਹੈ। ਦੱਸਦੇ ਰਹੇ ਇੱਥੇ ਜੋ ਲਿਖਦਾ ਉਹੀ ਵੱਡਾ ਗਿਣਿਆ ਜਾਂਦਾ। ਇਹ ਗੱਲ ਦੱਸੀ ਹੈ ਜੀ ਸਾਨੂੰ। ਕਨਕਲੂਜਨ ਅਸੀਂ ਹੁਣ ਕੱਢਣਾ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ। ਪਰ ਜਿਹੜਾ ਸ਼ਿਕਾਰੀ ਹੈ, ਜਿਹੜਾ ਅਪਰਾਧੀ ਹੈ, ਜੋ ਹਿਰਨ ਨੂੰ ਮਾਰਦਾ ਹੈ, ਮਿਰਗ ਨੂੰ ਜੋ ਮਾਰਦਾ ਹੈ, ਉਹ ਸਰੀਰਕ ਤੌਰ ਤੇ ਲਿਫ ਕੇ ਦੋਹਰਾ ਹੋ ਜਾਂਦਾ ਹੈ। ਜਦੋਂ ਉਹਨੇ ਤੀਰ ਛੱਡਣਾ ਉਹਦੇ ਵੱਲ, ਉਹ ਨੀਵਾਂ ਹੋ ਜਾਂਦਾ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ। ਪਰ ਜੇ ਸਿਰ ਹੀ ਨਿਵਾ ਦਿੱਤਾ ਜਾਏ ਤੇ ਅੰਦਰ ਹਿਰਦੇ ਵਿੱਚ ਖੋਟ, ਬੁਰਾਈ, ਪਾਪ ਬਿਰਤੀ ਉਸੇ ਤਰ੍ਹਾਂ ਪ੍ਰੈਜ਼ੈਂਟ ਹੈ, ਤਾਂ ਇਹੋ ਜਿਹੇ ਨੀਵੇਂ ਹੋਣ ਦਾ ਕੋਈ ਫਾਇਦਾ ਨਹੀਂ। ਸੀਸ ਨਿਵਾਇਐ ਕਿਆ ਥੀ ਹੈ। ਸੀਸ ਝੁਕਾਉਣ ਦਾ, ਸੀਸ ਨੂੰ ਨੀਵਾਂ ਕਰਨ ਦਾ ਕੀ ਫਾਇਦਾ ਹੈ? ਜਾਂ ਹਿਰਦੈ ਕੁਸੁਧੇ ਜਾਹੇ। ਜੇ ਹਿਰਦੇ ਵਿੱਚ ਹੀ ਖੋਟ ਹੈ, ਬੁਰਾਈ ਹੈ, ਪਾਪ ਬਿਰਤੀ ਹੈ। ਸੋ ਇੱਥੇ ਕਨਕਲੂਜਨ ਨਿਕਲਦਾ, ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੈ ਕੁਸੁਧੇ ਜਾਏ। ਨੀਵਾਂ ਮਨ ਨੂੰ ਕਰਨਾ। ਸਰੀਰ ਕਰਕੇ ਨੀਵਾਂ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਕੋਈ ਗੁਣ ਨਹੀਂ ਹੈ। ਮਨ ਦਾ ਨੀਵਾਂ ਹੋਣਾ ਹੀ ਅਸਲ 'ਚ ਮਿੱਠਤ ਨੀਵੀਂ ਨਾਲ ਹੈ, ਗੁਣ ਚੰਗਿਆਈ। ਹੋਰ ਅੱਗੇ ਚੱਲੀਏ। ਮਹੱਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ। ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤਰ ਕਪਾਟੰ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਕਉ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਬਾਟ ਨਾ ਪਾਵੇ। ਪੰਡਤ ਜਾਂ ਗਿਆਨੀ ਲੋਕ ਸੰਧਿਆ ਵੇਲੇ ਦਾ ਪਾਠ ਕਰਕੇ ਗਿਆਨ ਚਰਚਾ ਕਰਦੇ ਨੇ। ਦੇਖੋ ਕਿੰਨਾ ਮੈਂ ਕਹਿੰਦਾ ਵੀ ਕਮਾਲ ਹੀ ਆ ਬਾਬੇ ਨਾਨਕ ਦੀ, ਕਿੱਦਾਂ ਦੇ ਲਫ਼ਜ਼ ਘੜ ਕੇ ਔਰ ਕਿੱਦਾਂ ਬਾਣੀ ਰਚੀ ਬਾਬੇ ਨਾਨਕ ਨੇ। ਕੋਈ ਮੈਚ ਨਹੀਂ ਦੁਨੀਆ ਤੇ ਇਸ ਚੀਜ਼ ਦਾ।
ਬਾਬੇ ਨਾਨਕ ਦੇ ਗਿਆਨ ਦਾ ਔਰ ਬਾਬੇ ਨਾਨਕ ਦੀ ਗਿਆਨ ਨੂੰ ਰਚਣ ਦੀ ਕਲਾ ਦਾ ਕੋਈ ਮੈਚ ਨਹੀਂ। ਪੜ੍ਹ ਪੁਸਤਕ ਪੜ੍ਹੇ ਪੁਸਤਕ ਪੜ੍ਹ ਕੇ ਪਾਠ ਕਰਕੇ ਸੰਧਿਆ ਵੇਲੇ ਫਿਰ ਉਹ ਗਿਆਨੀ ਜਾਂ ਪੰਡਿਤ ਲੋਕ ਗਿਆਨ ਚਰਚਾ ਕਰਦੇ ਨੇ। ਸਿਲ ਪੂਜਸ ਸੇ ਬਗਲ ਸਮਾਧਨ, ਬਗਲੇ ਵਾਂਗ ਸਮਾਧੀ ਲਾ ਕੇ ਮੂਰਤੀ ਪੂਜਾ ਵੀ ਕਰਦੇ ਆ। ਬਗਲੇ ਵਾਂਗ ਸਮਾਧੀ, ਇਹ ਤਾਂ ਲਫ਼ਜ਼ ਆਏ ਆ ਕਿਉਂਕਿ ਉਹ ਸਮਾਧੀ ਜਿਹੜੀ ਹੈ ਅਸਲ ਨਹੀਂ ਹੁੰਦੀ ਸੀ। ਬਾਬੇ ਨਾਨਕ ਨੂੰ ਗਿਆਨ ਸੀ ਇਹਨਾਂ ਚੀਜ਼ਾਂ ਦਾ। ਬਾਬੇ ਨਾਨਕ ਨੇ ਥਾਂ ਥਾਂ ਤੇ ਜਾ ਕੇ ਇਹ ਚੀਜ਼ਾਂ ਦੇਖੀਆਂ ਵਾਚੀਆਂ, ਫਿਰ ਜੋ ਦੇਖਿਆ ਵਾਚਿਆ ਬਾਬੇ ਨਾਨਕ ਨੇ ਲਿਖਿਆ। ਬਗਲਾ ਸਮਾਧ ਲਾਉਂਦਾ, ਠੀਕ ਹੈ, ਬੜੇ ਆਰਾਮ ਨਾਲ ਬੈਠਾ ਅੱਖਾਂ ਬੰਦ ਕਰਕੇ, ਲੇਕਿਨ ਵਿੱਚੋਂ ਅੱਖਾਂ ਖੋਲ ਖੋਲ ਕੇ ਦੇਖਦਾ ਵੀ ਚੜਾਵਾ ਕਿੰਨਾ ਆ ਗਿਆ, ਲੋਕਾਂ ਨੇ ਮੂਰਤੀ ਨੂੰ ਚੜਾਵਾ ਕਿੰਨਾ ਦਿੱਤਾ, ਕਿਹੜੀਆਂ ਕਿਹੜੀਆਂ ਵਸਤਾਂ ਆ ਗਈਆਂ ਨੇ। ਸਿਲ ਪੂਜਸ ਬਗਲ ਸਮਾਧਨ, ਬਗਲੇ ਵਾਂਗ ਸਮਾਧੀ ਲਾ ਕੇ ਮੂਰਤੀ ਪੂਜਾ ਵੀ ਕਰਦੇ। ਸਿਲ ਪੱਥਰ ਦੀ, ਇਹਨੂੰ ਸਿਲ ਹੀ ਲਿਖਿਆ ਬਾਬੇ ਨਾਨਕ ਨੇ। ਸਿਲ ਪੂਜਸ ਬਗਲ ਸਮਾਧਨ ਅਸਲ ਚ ਮੂਰਤੀ ਹੈ। ਅੱਛਾ, ਹੋਰ ਮੁਖ ਝੂਠ ਵਿਭੂਖਣ ਸਾਰੰਗ, ਪੁਜਾਰੀ ਲੋਕ ਮੁਖੋਂ ਝੂਠ ਤਾਂ ਬੋਲਦੇ ਨੇ, ਪਰ ਉਸ ਝੂਠ ਨੂੰ ਵੀ ਕੀ ਕਰਦੇ ਆ, ਉਹ ਵਾਹਿਗੁਰੂ, ਉਸ ਝੂਠ ਨੂੰ ਵੀ ਇੰਨਾ ਸੋਹਣਾ ਕਰਕੇ ਪੇਸ਼ ਕਰਦੇ ਆ ਤਾਂ ਕਿ ਕੋਈ ਸ਼ੱਕ ਨਾ ਹੋਵੇ। ਮੁਖ ਝੂਠ ਵਿਭੂਖਣ ਸਾਰੰਗ, ਉਹ ਝੂਠ ਨੂੰ ਵੀ ਗਹਿਣਿਆਂ ਦੇ ਨਾਲ ਸਜਾ ਕੇ ਪੇਸ਼ ਕਰਦੇ ਆ, ਭਾਵ ਇੰਨੀ ਸੋਹਣੀ ਤਰ੍ਹਾਂ ਪੇਸ਼ ਕਰਦੇ ਆ ਕਿ ਕੋਈ ਸ਼ੱਕ ਸ਼ੁਬਾ ਹੀ ਨਾ ਰਵੇ ਕਿਸੇ ਨੂੰ। ਉਹ ਅਸੀਂ ਤਾਈਓ ਠੱਗੇ ਜਾ ਰਹੇ ਹਾਂ, ਭਾਵੇਂ ਉਹ ਸਾਡੇ ਆਪਣੇ ਪੁਜਾਰੀ ਨੇ, ਭਾਵੇਂ ਉਹ ਦੂਸਰੇ ਧਰਮ ਦੇ ਪੁਜਾਰੀਆਂ ਦੀ ਗੱਲ ਹੋਵੇ। ਇਹ ਪੁਜਾਰੀ ਟੋਲਾ ਤਾਈਓ ਸਾਨੂੰ ਠੱਗ ਰਿਹਾ ਕਿਉਂਕਿ ਇਹਨਾਂ ਨੂੰ ਇਹ ਕਲਾ ਬੜੀ ਹੁੰਦੀ ਹੈ ਇਹਨਾਂ 'ਚ। ਮੈਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਮੇਰੀ ਕੋਸ਼ਿਸ਼ ਨਹੀਂ ਹੈ, ਨਾ ਮੈਂ ਦਿਖਾ ਰਿਹਾ। ਸਿਰਫ ਜੋ ਗੁਰਬਾਣੀ 'ਚ ਬਾਬੇ ਨਾਨਕ ਨੇ ਲਿਖਿਆ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਰਿਹਾ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਧਨ, ਮੁਖ ਝੂਠ ਵਿਭੂਖਣ ਸਾਰੰਗ, ਝੂਠ ਨੂੰ ਇੰਨਾ ਸਜਾ ਕੇ ਸੁੰਦਰ ਗਹਿਣਿਆਂ ਦੀ ਤਰ੍ਹਾਂ ਸੋਹਣਾ ਬਣਾ ਕੇ ਪੇਸ਼ ਕਰਦੇ ਤਾਂ ਕਿ ਕੋਈ ਸ਼ੱਕ ਹੀ ਨਾ ਕਰ ਸਕੇ। ਤ੍ਰੈਪਾਲ ਤਿਹਾਲ ਵਿਚਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਹਰ ਰੋਜ਼ 3 ਵੇਲੇ ਗਾਇਤਰੀ ਮੰਦਰ ਪੜ੍ਹਦੇ ਤੇ ਵਿਚਾਰਦੇ ਆ। ਦੇਖੋ ਸਮੇਂ ਦੀ ਵੰਡ ਜਿਹੜੀ, ਦੇਖੋ ਸਮਾਂ ਵੰਡਤਾ ਵੀ ਸਵੇਰੇ ਆ ਕਰਨਾ, ਦੁਪਹਿਰ ਨੂੰ ਆ ਕਰਨਾ, ਸ਼ਾਮ ਨੂੰ ਆ ਕਰਨਾ। ਅਸੀਂ ਵੀ ਕੋਈ ਕਸਰ ਨਹੀਂ ਛੱਡੀ। ਕੀ ਕਰੀਏ ਹੁਣ? ਉਹ ਕਿੰਨਾ ਸੋਹਣਾ ਬਣਾ ਕੇ ਸਾਡੇ ਅੱਗੇ ਰੱਖਿਆ ਉਹਨਾਂ ਨੇ ਸਿਸਟਮ ਕਿ ਅਸੀਂ ਉਹਦੀਆਂ ਗੱਲਾਂ 'ਚ ਆ ਗਏ। ਹਰ ਰੋਜ਼ 3 ਵੇਲੇ ਗਾਇਤਰੀ ਮੰਤਰ ਪੜ੍ਹਦੇ ਆ ਤੇ ਵਿਚਾਰਦੇ ਆ। ਗਲ ਮਾਲਾ ਤਿਲਕ ਲਿਲਾਟਨ, ਪੁਜਾਰੀ ਦੇ ਗਲ ਵਿੱਚ ਮਾਲਾ ਤੇ ਮੱਥੇ ਤੇ ਤਿਲਕ ਲੱਗਿਆ ਪਿਆ। ਐਡਾ ਵੀ ਰੱਬ ਦਾ ਬੰਦਾ ਉਹ ਤਿਲ ਹੈ, ਜੋ ਕਹਿਤਾ ਉਹ ਠੀਕ ਹੀ ਹੈ। ਦੋਏ ਧੋਤੀ ਬਸਤਰ ਕਪਾਟਨ, ਪੰਡਿਤ ਲੋਕ ਸਦਾ 2 ਧੋਤੀਆਂ ਰੱਖਦੇ ਨੇ, ਇੱਕ ਤੇੜ ਬੰਨ੍ਹਦੇ ਆ, ਪਾਉਂਦੇ ਆ, ਦੂਜੀ ਨਾਲ ਸੰਧਿਆ ਕਰਨ ਵੇਲੇ ਸਿਰ ਢੱਕ ਲੈਂਦੇ ਸੀ। ਹੁਣ ਵੀ ਕਰਦੇ ਆ, ਜਿਹੜੇ ਹੈ ਉਹ ਹੁਣ ਵੀ ਕਰਦੇ ਨੇ ਕਿਉਂਕਿ ਉਹਨਾਂ ਦਾ ਕੋਡ ਆਫ ਕੰਡਕਟ ਹੈ। ਠੀਕ ਹੈ, 2 ਧੋਤੀਆਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇਹਨਾਂ ਚੀਜ਼ਾਂ ਦਾ, ਬਲਕਿ 5 ਚੀਜ਼ਾਂ ਦਾ ਆਪਾਂ ਜ਼ਿਕਰ ਕੀਤਾ ਸੀ ਇੱਕ ਸ਼ਬਦ ਦੇ ਵਿੱਚ।
ਉਹ ਧੋਤੀ ਜਿਹੜੀ ਹੈ ਇੱਕ ਪਾ ਲੈਂਦੇ ਆ, ਤੇੜ ਬੰਨ ਲੈਂਦੇ ਆ, ਦੂਜੀ ਨਾਲ ਉਹ ਸੰਧਿਆ ਕਰਨ ਵੇਲੇ ਉਹਦੇ ਨਾਲ ਫਿਰ ਸਿਰ ਢੱਕਦੇ ਆ। ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਪਰ ਜੇ ਪੰਡਤ ਜਾਂ ਕੋਈ ਜੀਵ ਰੱਬ ਦੀ ਭਗਤੀ ਕਰਨੀ ਜਾਣਦਾ ਹੋਵੇ ਤਾਂ ਯਕੀਨਨ ਉਸ ਨੂੰ ਇਹ ਕਰਮਕਾਂਡ ਸਭ ਫੋਕੇ ਲੱਗਣਗੇ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਜਿਹਨੂੰ ਇਸ ਚੀਜ਼ ਦਾ ਗਿਆਨ ਹੋ ਗਿਆ, ਇਹ ਕਿਸੇ ਦਾ ਕਸੂਰ ਨਹੀਂ, ਬੰਦੇ ਦਾ ਕਸੂਰ ਨਹੀਂ ਵੀ ਬੰਦਾ ਐਂ ਬੋਲਦਾ, ਇਹ ਕੁਦਰਤੀ ਵਰਤਾਰਾ ਵਰਤਦਾ, ਉਹਦੀ ਮਾਨਸਿਕ ਅਵਸਥਾ ਹੀ ਇਦਾਂ ਦੀ ਬਣ ਜਾਂਦੀ ਹੈ। ਜੇ ਜਾਣਸ ਬ੍ਰਹਮੰ ਕਰਮੰ, ਜੇ ਸਹੀ ਢੰਗ ਨਾਲ ਅਕਾਲ ਪੁਰਖ ਨੂੰ ਮੰਨਣ ਦਾ, ਜਪਣ ਦਾ, ਪ੍ਰੇਮ ਕਰਨ ਦਾ ਜਿਹਦੇ ਕੋਲ ਢੰਗ ਹੈ, ਚਾਉ ਹੈ, ਤਰੀਕਾ ਹੈ, ਸਭ ਫੋਕਟ ਨਿਸ਼ਚੋ ਕਰਮੰ, ਉਸ ਨੂੰ ਫਿਰ ਇਹ ਸਭ ਕਰਮਕਾਂਡ ਜਿਹੜੇ ਹੈ ਫੋਕੇ ਲੱਗਣਗੇ। ਨੈਚੁਰਲ। ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ। ਨਾਨਕ ਜੋਤ ਕੀ ਕਹਿੰਦੀ ਹੈ ਕਿ ਪ੍ਰਭੂ ਤੇ ਪ੍ਰਤੀਤ ਭਰੋਸਾ ਕਰਕੇ ਨਾਮ ਜਪੋ। ਕਹੋ ਨਾਨਕ ਨਿਹਚੋ ਧਿਆਵੈ, ਇੱਕ ਅਕਾਲ ਪੁਰਖ ਤੇ ਪ੍ਰਤੀਤ ਭਰੋਸਾ ਕਰਕੇ ਉਹਨੂੰ ਧਿਆਓ, ਉਹਦੇ ਨਾਲ ਧਿਆਨ ਜੋੜੋ। ਪਰ ਵਿਣ ਸਤਿਗੁਰ ਵਾਟ ਨਾ ਪਾਵੇ, ਪਰ ਸਤਿਗੁਰ ਦੀ ਕਿਰਪਾ ਤੋਂ ਬਿਨਾ ਇਸ ਅਧਿਆਤਮ ਮਾਰਗ ਤੇ ਚੱਲਿਆ ਨਹੀਂ ਜਾਂਦਾ। ਸਤਿਗੁਰ ਦੀ ਕਿਰਪਾ ਬਹੁਤ ਜ਼ਰੂਰੀ ਹੈ। ਇਹ ਕਿਰਪਾ ਆਏਗੀ ਤਾਂ ਜੇਕਰ ਪ੍ਰਤੀਤ ਹੋਏਗੀ, ਭਰੋਸਾ ਹੋਏਗਾ, ਇੱਕ ਅਕਾਲ ਪੁਰਖ ਨੂੰ ਮੰਨਦੇ ਹੋਵਾਂਗੇ। ਮੋਸਟ ਇੰਪੋਰਟੈਂਟ, ਇੱਕ ਅਕਾਲ ਪੁਰਖ ਨਾਲ ਕਮਿਟਮੈਂਟ ਹੋਏਗੀ ਔਰ ਇੱਕ ਅਕਾਲ ਪੁਰਖ ਦਾ ਨਾਮ ਅਸੀਂ ਜਪਦੇ ਹੋਵਾਂਗੇ। ਕਲ ਕੇਵਲ ਨਾਮ ਆਧਾਰ। ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਇੱਕ ਪ੍ਰਭੂ ਤੇ ਪ੍ਰਤੀਤ ਭਰੋਸਾ ਕਰਕੇ ਨਾਮ ਅਭਿਆਸ ਜੁਟ ਜਾਓ, ਨਾਮ ਨੂੰ ਧਿਆਉਣਾ ਸ਼ੁਰੂ ਕਰੋ, ਧਿਆਨ ਲਾਓ। ਸਤਿਗੁਰ ਦੀ ਕਿਰਪਾ ਤੋਂ ਬਿਨਾ ਅਧਿਆਤਮ ਮਾਰਗ ਤੇ ਚੱਲਿਆ ਨਹੀਂ ਜਾ ਸਕਦਾ। ਪਰ ਕਿਰਪਾ ਮਿਲਦੀ ਉਹਨੂੰ ਜਿਹੜਾ ਚੰਗੀ ਤਰ੍ਹਾਂ ਡੈਡੀਕੇਟ ਹੋ ਜਾਂਦਾ ਅਕਾਲ ਪੁਰਖ ਨੂੰ, ਕਮਿਟਮੈਂਟ ਕਰਦਾ। ਲਾਈਫ ਸਟਾਈਲ ਸਾਰਾ ਉਹਦਾ ਸੱਚ ਦੇ ਆਧਾਰ ਤੇ ਹੈ, ਕੋਈ ਕਪਟ ਨਹੀਂ ਹੈ ਉਹਦੇ ਮਨ ਦੇ ਵਿੱਚ। ਇਹ ਚੀਜ਼ਾਂ ਬਹੁਤ ਵੱਡਾ ਫੈਕਟਰ ਮੈਂ ਕਹਿੰਦਾ, ਇੱਕ ਓਨੈਸਟੀ ਜਿਹੜੀ ਹੈ। ਕਿਉਂਕਿ ਦੇਖੋ ਜਿਹੜੇ ਲੋਕ ਅਕਾਲ ਪੁਰਖ ਨੂੰ ਨਹੀਂ ਮੰਨਦੇ, ਫਰਜ਼ ਕਰ ਲਓ ਆਪਾਂ ਉਹਨਾਂ ਨੂੰ ਕੋਈ ਨਾਮ ਦੇ ਦਿੰਦੇ ਹਾਂ ਜੀ ਇਹ ਫਲਾਣੇ ਬੰਦੇ ਨੇ, ਨਾਸਤਿਕ ਨੇ, ਦੁਨੀਆ ਤੇ ਖੁਸ਼ ਤਾਂ ਉਹ ਵੀ ਰਹੇ ਨੇ ਬਥੇਰੇ, ਵੈਲ ਸੈਟਲਡ ਰਹੇ ਨੇ, ਚੰਗਾ ਜੀਵਨ ਕੱਢਿਆ ਉਹਨਾਂ ਨੇ। ਹੁਣ ਇਹ ਜਿਹੜੇ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਜਿਹੜੇ ਲੋਕਾਂ ਨੇ ਕਦੇ ਪੜ੍ਹਿਆ ਹੀ ਨਹੀਂ ਹੈ, ਜਿਹੜੇ ਲੋਕਾਂ ਨੇ ਕਦੇ ਵਿਚਾਰਿਆ ਹੀ ਨਹੀਂ, ਜਿਹੜੇ ਇਸ ਨੂੰ ਮੰਨਦੇ ਹੀ ਨਹੀਂ, ਜੀਵਨ ਤਾਂ ਉਹਨਾਂ ਦਾ ਵੀ ਠੀਕ ਠਾਕ ਨਿਕਲ ਜਾਂਦਾ। ਪਰ ਜਿਹੜੀ ਆਪਾਂ ਅਕਾਲ ਪੁਰਖ ਦੇ ਭਰੋਸੇ ਦੀ ਗੱਲ ਕਰਦੇ ਹਾਂ, ਪ੍ਰਤੀਤ ਦੀ ਗੱਲ ਕਰਦੇ ਹਾਂ, ਉਹਨੂੰ ਮੰਨਣ ਦੀ ਗੱਲ ਕਰਦੇ ਹਾਂ, ਉਹਦੇ ਨਾਲ ਕਮਿਟਮੈਂਟ ਦੀ ਗੱਲ ਕਰਦੇ ਹਾਂ, ਉਹਦਾ ਨਾਮ ਜਪਣ ਦੀ ਗੱਲ ਕਰਦੇ ਹਾਂ, ਇਹ ਅਧਿਆਤਮ ਮਾਰਗ ਦੇ ਵਿੱਚ ਹੀ ਆਊਗਾ ਜਿਹੜਾ ਇਹ ਚਾਰੋਂ ਚੀਜ਼ਾਂ ਕਰੂਗਾ। ਉਹ ਫਿਰ ਇਸ ਮਾਰਗ ਦਾ ਜਾਣੂ। ਪਰ ਇਹ ਨਹੀਂ ਹੈ ਵੀ ਕੁਛ ਹੈ ਨਹੀਂ ਹੈ,
ਕੋਈ ਨਾ ਕੋਈ ਸ਼ੈ ਤੇ ਹੈ। ਕੋਈ ਨਾ ਕੋਈ ਪਾਵਰ, ਕੋਈ ਨਾ ਕੋਈ ਸ਼ਕਤੀ ਤੇ ਹੈ, ਜਿੱਥੋਂ ਇਹ ਸਾਰਾ ਗਿਆਨ ਉਪਜਦਾ ਹੈ, ਜਿੱਥੋਂ ਬਾਬੇ ਨਾਨਕ ਨੂੰ ਗਿਆਨ ਆਇਆ ਹੈ, ਜਿਹਨੂੰ ਬਾਬੇ ਨਾਨਕ ਨੇ ਜਪਿਆ ਔਰ ਸਾਨੂੰ ਉਹ ਰਸਤੇ ਤੇ ਚੱਲਣ ਲਈ ਪ੍ਰੇਰਿਆ। ਇੱਕ ਵਾਰੀ ਨਹੀਂ, ਲੱਖ ਵਾਰੀ। ਕਿੰਨੀ ਵੱਡੀ ਪੋਥੀ ਰਚ ਦਿੱਤੀ, ਉਹਨੂੰ ਫਿਰ ਗੁਰੂ ਕਹਿਤਾ। ਪਰ ਇਹਦੇ ਲਈ ਥੋੜਾ ਜਿਹਾ ਫਿਰ ਇਹ ਥੋੜਾ ਜਿਹਾ ਬੰਦੇ ਨੂੰ ਕਮਿਟਡ ਹੋਣਾ ਪਊਗਾ। ਅੱਛੇ ਲੋਕ ਹਨ, ਅੱਛੇ ਨਾਮ ਜਪਣ ਵਾਲੇ, ਭਗਤੀ ਕਰਨ ਵਾਲੇ ਵੀ ਹਨ, ਪਰ ਉਹ ਕਈ ਵਾਰੀ ਇਮਾਨਦਾਰੀ ਦੀ ਘਾਟ ਜਿਹੜੀ ਆ ਉਹ ਰਹਿ ਜਾਂਦੀ ਹੈ। ਜੇ ਓਨੈਸਟੀ ਹੈ, ਇੱਕ ਦੂਜੇ ਦੀ ਰਿਸਪੈਕਟ, ਇਹ ਸਾਰੀਆਂ ਚੀਜ਼ਾਂ, ਇਹ ਗੁਣ ਇਹ ਧਾਰਨ ਕਰਨੇ ਪੈਣਗੇ। ਆਪਾਂ ਨੂੰ ਪਤਾ ਵੀ ਇਹ ਚੰਗੀ ਗੱਲ ਹੈ, ਆਪਾਂ ਆਪਣੇ ਬੱਚੇ ਨੂੰ ਸਿਖਾ ਦਈਏ, ਪਰ ਕਲਯੁਗ 'ਚ ਇਹ ਵਤੀਰਾ ਨਹੀਂ ਹੈ। ਕਲਯੁਗ 'ਚ ਆਪਾਂ ਬਹੁਤ ਸੈਲਫਿਸ਼ ਹੋ ਚੁੱਕੇ ਹਾਂ। ਦੁਨੀਆ ਮਾਇਆ ਪਿੱਛੇ, ਕਾਮ ਪਿੱਛੇ ਇੰਨੀ ਹੱਥ ਧੋ ਕੇ ਪੈ ਗਈ ਹੈ ਵੀ ਕੋਈ ਕਿਸੇ ਰਿਸ਼ਤੇ ਦੀ ਕਦਰ ਨਹੀਂ। ਕੋਈ ਕਸਰ ਨਹੀਂ ਛੱਡਦੇ ਉਹ ਮਾਇਆ ਦੇ ਪਿੱਛੇ, ਝੂਠ ਬੋਲਣ 'ਚ, ਧੋਖਾ ਕਰਨ 'ਚ। ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਾਹਰ ਆਉਣਾ ਪਊਗਾ। ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪਊ। ਇਹ ਇੱਕ ਆਪਣੇ ਆਪ ਨਾਲ ਵਾਅਦਾ ਕਰਨਾ ਪਊ, ਕਮਿਟਮੈਂਟ ਕਰਨੀ ਪਊ। ਹੋਰ ਅੱਗੇ ਚਲੀਏ ਜੀ। ਪੌੜੀ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹਰ ਜੀਵ ਆਤਮਾ ਨੇ ਇਹ ਸੋਹਣਾ ਸਰੀਰ, ਇਹ ਸੋਹਣਾ ਰੂਪ ਐਸ ਜਗਤ ਵਿੱਚ ਹੀ ਛੱਡ ਕੇ ਚਲੇ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰੇ ਜਾਵਣਾ। ਇਸੇ ਦੁਨੀਆ 'ਚ ਇਹ ਸਰੀਰ, ਸੋਹਣਾ ਰੂਪ ਰੰਗ ਸਭ ਛੱਡ ਕੇ ਚਲੇ ਜਾਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਤੇ ਹਰ ਜੀਵ ਨੇ ਆਪਣੇ ਚੰਗੇ ਮੰਦੇ ਕੀਤੇ ਕਰਮਾਂ ਦਾ ਫਲ ਇੱਥੇ ਜਾਂ ਅਗਲੇ ਜਨਮ 'ਚ ਭੋਗਣਾ, ਹੁਣ ਜਾਂ ਅੱਗੇ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ। ਜੋ ਬੰਦਾ ਮਨ ਮਰਜ਼ੀ ਦੀਆਂ ਹੁਕੂਮਤਾਂ ਕਰਦਾ ਹੈ, ਉਹਨਾਂ ਨੂੰ ਫਿਰ ਔਖੀਆਂ ਘਾਟੀਆਂ 'ਚੋਂ ਲੰਘਣਾ ਪੈਂਦਾ। ਭਾਵ ਆਪਣੀਆਂ ਕੀਤੀਆਂ ਵਧੀਕੀਆਂ ਦੇ ਸਿੱਟੇ ਭੁਗਤਣੇ ਪੈਂਦੇ ਆ। ਰਾਹ ਭੀੜਾ ਅੱਗੇ ਜਾਵਣਾ, ਇਹ ਇੱਕ ਈਡੀਅਮ ਦੇ ਤੌਰ ਤੇ ਵਰਤਿਆ ਗਿਆ ਕਿ ਆਪਣੀਆਂ ਕੀਤੀਆਂ ਦੇ ਸਿੱਟੇ ਜਿਹੜੇ ਆ ਉਹ ਭੁਗਤਣੇ ਪੈਂਦੇ ਆ ਬੰਦੇ ਨੂੰ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਪਰ ਪ੍ਰਭੂ ਦੀ ਦਰਗਾਹ ਵਿੱਚ ਬੰਦੇ ਦੇ ਕਰਮਾਂ ਦਾ ਲੇਖਾ ਜੋਖਾ ਉਹਦੇ ਸਾਹਮਣੇ ਹੀ ਹੁੰਦਾ। ਕਹਿੰਦੇ ਨਹੀਂ ਆਪਾਂ ਇਹ ਲਫ਼ਜ਼ ਮੀਡੀਆ 'ਚ ਬੜਾ ਯੂਜ਼ ਹੁੰਦਾ ਕਿ ਫਲਾਣੇ ਦੀ ਕਾਰਵਾਈ ਨੂੰ ਨੰਗਾ ਕਰ ਦਿੱਤਾ। ਅਸਲ 'ਚ ਬੰਦਾ ਨਹੀਂ ਨੰਗਾ ਕਰ ਦਿੱਤਾ, ਅਸਲ 'ਚ ਉਹਦਾ ਜਿਹੜਾ ਝੂਠ ਉਹਨੇ, ਜਿਹੜਾ ਸੱਚ ਉਹਨੇ ਲੁਕੋਇਆ ਹੋਇਆ ਸੀ, ਉਹਦਾ ਪਰਦਾ ਫਾਸ਼ ਕਰ ਦਿੱਤਾ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਿਉਂਕਿ ਉੱਥੇ ਜੋ ਹੋਣਾ ਸਭ ਸਾਹਮਣੇ ਹੋਣਾ।
ਬੰਦੇ ਦੇ ਕਰਮਾਂ ਦਾ ਲੇਖਾ ਜੋਖਾ ਉਹਦੇ ਸਾਹਮਣੇ ਹੁੰਦਾ ਹੈ। ਉਸ ਵੇਲੇ ਬੰਦਾ ਨੰਗਾ ਹੋ ਜਾਂਦਾ, ਬੰਦਾ ਕੁਝ ਲੁਕੋ ਨਹੀਂ ਸਕਦਾ, ਸਭ ਉਹਦੇ ਬਾਰੇ ਪਤਾ ਹੁੰਦਾ। ਅੱਤ ਦੀ ਬੇਇੱਜ਼ਤੀ ਜਿਹਨੂੰ ਕਹਿੰਦੇ ਆ, ਬੰਦਾ ਨੰਗਾ ਕਰਤਾ, ਅੱਤ ਦੀ ਬੇਇੱਜ਼ਤੀ ਹੋ ਗਈ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਉਹਨੂੰ ਦੋਜ਼ਖ ਨਰਕ ਵਿੱਚ ਧੱਕ ਦਿੱਤਾ ਜਾਂਦਾ ਹੈ। ਐਸੇ ਇਹਦਾ ਭਾਵ ਕੀ ਹੈ ਸੱਚਾ? ਇਹ ਕੋਈ ਇਦਾਂ ਦਾ ਪਲਾਟ ਨਹੀਂ ਕੱਟਿਆ ਉੱਥੇ ਬਈ ਉੱਥੇ ਇੱਕ ਪਾਸਾ ਇੱਕ ਨਰਕ ਦੀ ਕਲੋਨੀ ਹੈ ਜਾਂ ਇੱਕ ਸਵਰਗ ਦੀ ਕਲੋਨੀ, ਇਦਾਂ ਦਾ ਕੱਖ ਨਹੀਂ ਹੈ। ਇਸ ਚੀਜ਼ ਨੂੰ ਭੁਲੇਖਾ ਕੱਢ ਦਿਓ। ਜੇ ਕੋਈ ਕੋਈ ਲੱਗ ਗਿਆ ਪਤਾ ਕਿਸ ਦਿਨ, ਉਦੋਂ ਵੱਖਰੀ ਗੱਲ ਹੈ, ਪਰ ਗੁਰਬਾਣੀ ਨੇ ਨਹੀਂ ਇਹਨੂੰ ਮੰਨਿਆ। ਐਸਾ ਕੁਛ ਨਹੀਂ ਹੈ। ਉਹ ਦੇਖੋ, ਸਿੱਧੀ ਜੀ ਗੱਲ ਆ ਬਈ, ਕਈ ਜਿਹੜੇ ਬੱਚੇ ਆਪਣੇ ਫਰਜ਼ ਕਰ ਲਓ ਜੰਮਦੇ ਨੇ, ਕਈ ਐਸੇ ਪਰਿਵਾਰਾਂ ਵਿੱਚ ਜੰਮ ਜਾਂਦੇ ਆ, ਉੱਥੇ ਅੱਤ ਦਰਜੇ ਦੀ ਗਰੀਬੀ ਹੁੰਦੀ ਹੈ, ਹੋਰ ਪ੍ਰੋਬਲਮਸ ਹੁੰਦੀਆਂ ਨੇ। ਕਿੰਨਾ ਉਹ ਮੁਸ਼ਕਲਾਂ ਚੋਂ ਜਿਹੜਾ ਜੀਵਨ ਨਿਕਲਦਾ, ਇਹੀ ਨਰਕ ਆ। ਦੂਸਰੇ ਪਾਸੇ ਕਈ ਐਸੇ ਅਮੀਰ ਲੋਕ ਹੁੰਦੇ ਆ, ਉਹਨਾਂ ਦਾ ਬੱਚਾ ਜੰਮਦੇ ਹੀ ਉਹਨੂੰ ਸਾਰੀਆਂ ਉਹ ਸਹੂਲਤਾਂ ਮਿਲਦੀਆਂ ਨੇ, ਉਹਦੀ ਵਿੱਦਿਆ ਦੀ ਕੋਈ ਵਰੀ ਨਹੀਂ ਹੁੰਦੀ, ਉਹਦੇ ਕੱਪੜੇ ਲੱਤੇ ਦੀ, ਉਹਦੇ ਭੁੱਖ ਪਿਆਸ ਦੀ ਕੋਈ ਵਰੀ ਨਹੀਂ ਹੁੰਦੀ ਉਹਨੂੰ। ਇਹ ਇਦਾਂ ਹਿਸਾਬ ਦਾ ਹੁੰਦਾ। ਉੱਥੇ ਕੋਈ ਵੱਖਰਾ ਪਲਾਟ ਨਹੀਂ, ਕੋਈ ਉੱਥੇ ਜਿੱਦਾਂ ਕਹਿੰਦੇ ਵੀ ਜੁੱਤੀਆਂ ਪੈਂਦੀਆਂ ਜਾਂ ਡੰਡੇ ਪੈਂਦੇ ਨੇ, ਇਦਾਂ ਦਾ ਕੋਈ ਗੱਲ ਨਹੀਂ। ਸਾਰੀ ਗੱਲ ਹੀ ਆ ਹੈ। ਇਹ ਸਭ ਅੱਗੇ ਅੱਗੇ ਕਲੀਅਰ ਹੁੰਦਾ ਜਾਣਾ। ਇਹਦਾ ਅਸਲ ਚ ਭਾਵ ਕੀ ਹੈ? ਹੁਣ ਰਿਜ਼ਲਟ ਨਿਕਲਦਾ, ਪੌੜੀ ਦਾ ਜਿਹੜਾ ਪੌੜੀ ਦੀ ਅਖੀਰਲੀ ਤੁਕ ਹੁੰਦੀ ਹੈ ਨਾ, ਉਹ ਸਮਝ ਲਓ ਵੀ ਪੌੜੀ ਦਾ ਰਹਾਉ ਹੈ। ਇਦਾਂ ਸਮਝ ਲਓ, ਫੋਰ ਐਗਜ਼ਾਮਪਲ ਉੱਥੇ ਤਤ ਵਸਤੂ ਹੋਏਗੀ। ਕਹਿੰਦੇ ਕਰ ਔਗਣ ਪਛੁਤਾਵਣਾ, ਭੈੜੇ ਕਰਮ ਕਰਕੇ ਅੰਤ ਨੂੰ ਪਛਤਾਉਣਾ ਹੀ ਪਏਗਾ। ਸੋ ਜਿੱਦਾਂ ਆਪਾਂ ਗੱਲ ਕੀਤੀ ਹੈ ਵੀ ਇੱਕ ਇਮਾਨਦਾਰੀ ਦਾ ਜੀਵਨ, ਸੱਚਾ ਸੁੱਚਾ ਜੀਵਨ, ਇਹ ਚੀਜ਼ਾਂ ਬਹੁਤ ਮਾਇਨਾ ਰੱਖਦੀਆਂ ਨੇ ਅਧਿਆਤਮ ਮਾਰਗ ਤੇ। ਜੇ ਉਹ ਆਪਣਾ ਕੱਪੜੇ ਦੀ ਦੁਕਾਨ ਕਰਦੇ ਆ, ਕੱਪੜਾ ਘੱਟ ਮਿਣ ਕੇ ਦੇਈ ਜਾਣਾ, ਕੋਈ ਪੰਸਾਰੀ ਦੀ ਦੁਕਾਨ ਕਰਦੇ ਆ ਤੇ ਘੱਟ ਤੋਲ ਕੇ ਦੇਈ ਜਾਣੀ ਹੈ। ਇੰਡੀਆ 'ਚ ਹੁਣ ਪੰਜਾਬ 'ਚ ਜਿਹੜਾ ਦੱਸਦੇ ਆ ਵੀ 70% ਜਿਹੜਾ ਦੁੱਧ ਹੈ ਉਹ ਨਕਲੀ ਪਦਾਰਥਾਂ ਤੋਂ, ਕੈਮੀਕਲਸ ਤੋਂ, ਮੈਡੀਸਨਸ ਤੋਂ ਬਣਾਇਆ ਜਾ ਰਿਹਾ ਹੈ। 30% ਹੀ ਦੁੱਧ ਸਹੀ ਹੈ। ਜਿੰਨੀ ਜਨਤਾ ਉੱਥੇ ਹੈਗੀ ਹੈ, ਉਹਨੇ ਤੇ ਡੰਗਰ ਮਾਲ ਹੀ ਨਹੀਂ ਉੱਥੇ ਹੈ। ਉਹ ਦੁੱਧ ਉਹਨੇ ਲੋਕਾਂ ਦੀ ਜਿਹੜੀ ਕਪੈਸਿਟੀ ਹੈ, ਜਿੰਨਾ ਦੁੱਧ ਉਹਨੇ ਲੋਕਾਂ ਨੂੰ ਚਾਹੀਦਾ, ਉਹ ਡੰਗਰ ਪੂਰਾ ਹੀ ਨਹੀਂ ਕਰ ਸਕਦੇ। ਸੋ ਤਾਂ ਫਿਰ ਇਹ ਜਿਹੜਾ ਉਹ ਸਿੰਥੈਟਿਕ ਮਿਲਕ ਬਣਾ ਕੇ ਲੋਕਾਂ ਨੂੰ ਦਿੱਤਾ ਜਾ ਰਿਹਾ, ਲੋਕ ਬਿਮਾਰ ਹੋ ਰਹੇ ਨੇ। ਕਿਹਦੇ ਵਾਸਤੇ? ਜਿਹੜੇ ਓਨਰ ਨੇ ਉਹ ਆਪਣੇ ਫਾਇਦੇ ਵਾਸਤੇ ਕਰ ਰਹੇ ਆ। ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ, ਕਿਸੇ ਦੇ ਬੱਚਿਆਂ ਦੀ ਪਰਵਾਹ ਨਹੀਂ, ਕਿਸੇ ਦੀ ਕੋਈ ਬਿਮਾਰੀ ਦੀ ਪਰਵਾਹ ਨਹੀਂ। ਪਰ ਉਹ ਕਹਿਣ ਨੂੰ ਬੜੇ ਚੰਗੇ ਗੁਰਸਿੱਖ ਨੇ ਜੀ। ਇੱਕ ਹੋਰ ਆ, ਬੜਾ ਪ੍ਰਸਿੱਧ ਗੁਰਸਿੱਖ ਪਰਿਵਾਰ ਹੈ, ਕਦੇ ਹੋਇਆ ਤੇ ਜ਼ਿਕਰ ਕਰਾਂਗੇ ਆਪਾਂ ਕਦੇ ਕਿਸੇ ਗੱਲ 'ਚ। ਉਹ ਕਹਿਣ ਨੂੰ ਬੜੇ ਜੀ ਗੁਰਮੁਖ ਨੇ, ਬੜੇ ਜੀ ਆ ਫਲਾਣੇ, ਕਿਰਪਾਨ ਉਹ ਵੱਡੀ 3 ਫੁੱਟ ਦੀ ਹੱਥ 'ਚ ਫੜ ਕੇ ਰੱਖਦੇ ਆ, ਪਰ ਉਹਨਾਂ ਦਾ ਸਭ ਤੋਂ ਵੱਡਾ ਪੰਜਾਬ 'ਚ ਬੁੱਚੜਖਾਨਾ ਚੱਲਦਾ। ਮੈਂ ਸੁਣ ਕੇ ਬੜਾ ਹੈਰਾਨ ਹੋਇਆ, ਬੜਾ ਮੈਂ ਸੋਚਿਆ ਵੀ ਯਾਰ ਕਮਾਲ ਹੋ ਗਈ। ਬੁੱਚੜਖਾਨਾ ਸਭ ਤੋਂ ਵੱਡਾ ਪੰਜਾਬ 'ਚ ਉਹਨਾਂ ਦਾ ਚੱਲਦਾ। ਚਲੋ ਖੈਰ, ਇਹ ਗੱਲਾਂ ਦੁਨਿਆਵੀ ਨੇ, ਆਪਾਂ ਇੱਧਰ ਨੂੰ ਨਹੀਂ ਜਾਣਾ। ਆਪਣਾ ਉਹ ਗੱਲ ਅੱਗੇ ਆ ਜਾਂਦੀ ਹੈ ਵਿਚਾਰ ਕਰਦੇ ਕਰਦੇ। ਆਪਣਾ ਇਹੀ ਅਧਿਆਤਮ ਦਾ ਮਾਰਗ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਇੱਧਰ ਹੀ ਰੱਖਣ, ਇੱਥੋਂ ਨਾ ਸਾਨੂੰ ਕਦੇ ਸਾਡਾ ਪਿਆਰ, ਸਾਡਾ ਪ੍ਰਤੀਤ, ਭਰੋਸਾ ਇਹ ਨਾ ਘੱਟ ਹੋਵੇ।
ਕਰ ਔਗਣ ਪਛਤਾਵਣਾ, ਜੇਕਰ ਭੈੜੇ ਕਰਮ ਕਰਦੇ ਰਹੇ ਤੇ ਉਹਨਾਂ ਦਾ ਨਤੀਜਾ ਵੀ ਭੁਗਤਣਾ ਪਵੇਗਾ, ਪਛਤਾਵਾ ਹੋਣਾ ਹੀ ਹੋਣਾ। ਸੋ ਆ ਅੱਜ ਦੀ 14 ਨੰਬਰ ਪੌੜੀ ਦਾ ਆਪਾਂ ਡਿਸਕਸ਼ਨ ਜਿਹੜੀ ਹੈ ਕੰਪਲੀਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।